Hello, students. Once again, I welcome you all in the question answer session of a lesson. Today, I am going to take up a story from Ruskin Bond, a very famous Indian writer, The Tiger in the Tunnel. Let's start. The question number one: what were the sounds that broke the silence of the night? ਉਹ ਕਿਹੜੀਆਂ ਆਵਾਜ਼ਾਂ ਸੀ ਜਿਹੜੀਆਂ ਕਿ ਰਾਤ ਦੇ ਸਨਾਟੇ ਨੂੰ ਭੰਗ ਕਰਦੀਆਂ ਸੀ? ਆਂਸਰ: shrill cries of a cicada and hollow hammering of a woodpecker were the sounds that broke the silence of the night. ਦੋ ਤਰ੍ਹਾਂ ਦੀਆਂ ਆਵਾਜ਼ਾਂ ਦੀ ਗੱਲ ਹੈ। ਸਿਕਾਡਾ ਦੀ ਆਵਾਜ਼ ਜਿਹੜੀ ਕਿ ਤੁਸੀਂ ਬੈਕਗਰਾਊਂਡ 'ਚ ਸੁਣ ਰਹੇ ਹੋ ਅਤੇ ਵੁੱਡਪੈਕਰ ਦੇ ਹੈਮਰਿੰਗ ਦੀ ਆਵਾਜ਼। ਵੁੱਡਪੈਕਰ ਹਿੰਦੀ ਦੇ ਵਿੱਚ ਕੱਠ ਫੋੜਵਾ ਕਹਿੰਦੇ ਆ। ਕੱਠ ਕਾਠ ਲੱਕੜੀ, ਜਿਹੜਾ ਲੱਕੜੀ 'ਤੇ ਆਪਣੀ ਚੁੰਝ ਮਾਰ ਕੇ ਉਸਨੂੰ ਤੋੜਦਾ। ਤਾਂ ਦੋ ਹੀ ਆਵਾਜ਼ਾਂ ਸੀ ਜਿਹੜੀਆਂ ਕਿ ਰਾਤ ਦੇ ਸਨਾਟੇ ਨੂੰ ਭੰਗ ਕਰ ਰਹੀਆਂ ਸੀ। ਕੁਐਸਚਨ ਨੰਬਰ 2: what duties had ਬਲਦੇਓ to perform? ਬਲਦੇਓ ਨੂੰ ਕਿਹੜੇ ਕੰਮ ਕਰਨੇ ਹੁੰਦੇ ਸੀ? ਆਂਸਰ: ਬਲਦੇਓ was a ਖਲਾਸੀ at a small station in the jungle. ਜੰਗਲ ਦੇ ਵਿੱਚ ਛੋਟੇ ਜਿਹੇ ਸਟੇਸ਼ਨ ਦੇ ਉੱਤੇ ਬਲਦੇਓ ਖਲਾਸੀ ਦਾ ਕੰਮ ਕਰਦਾ ਸੀ। His duties were to give all clear signal to the night train by doing physical inspection of the tunnel for any blockage, and he had to keep his hand-worked signal lamp burning by checking the fuel status. It is a long sentence, ਸਮਝਦੇ ਹਾਂ। ਉਸ ਦਾ ਕੰਮ ਸੀ ਕਿ ਆਪ ਖੁਦ ਜਾ ਕੇ ਟਨਲ ਦੇ ਅੰਦਰ ਜਾਂਚ ਕਰਨਾ ਕਿ ਕੋਈ ਰੁਕਾਵਟ ਨਾ ਹੋਵੇ, ਤਾਂ ਜੋ ਕਿ ਰਾਤ ਦੀ ਟ੍ਰੇਨ ਨੂੰ ਆਲ ਕਲੀਅਰ ਸਿਗਨਲ ਦਿੱਤਾ ਜਾ ਸਕੇ ਅਤੇ ਜਿਹੜਾ ਹੱਥ ਦੇ ਨਾਲ ਚਲਾਇਆ ਜਾਣ ਵਾਲਾ ਸਿਗਨਲ ਲੈਂਪ ਸੀ ਉਸ ਦੇ ਵਿੱਚ ਤੇਲ ਦੀ ਮਾਤਰਾ ਚੈੱਕ ਕਰਨਾ, ਤਾਂ ਜੋ ਕਿ ਲੈਂਪ ਬਲਦਾ ਰਹੇ। ਇਹ ਉਸ ਦੀਆਂ ਡਿਊਟੀਜ਼ ਸੀਗੀਆਂ। ਕੁਐਸਚਨ 3: ਵਾਈ ਹੈਡ ਬਲਦੇਓ ਟੂ ਵਰਕ ਐਜ਼ ਏ ਖਲਾਸੀ? ਵਾਈ, ਕਿਉਂ? ਬਲਦੇਓ ਨੂੰ ਖਲਾਸੀ ਦੇ ਤੌਰ 'ਤੇ ਕੰਮ ਕਿਉਂ ਕਰਨਾ ਪਿਆ? ਆਂਸਰ: the family's small rice fields did not provide them with more than a bare living, so Baldeo had to take up the job of Khalasi at the small station in the jungle. ਉਸ ਦੇ ਪਰਿਵਾਰ ਕੋਲ ਛੋਟੇ ਜਿਹੇ ਚੌਲਾਂ ਦੇ ਖੇਤ ਸੀ ਜਿਨ੍ਹਾਂ ਤੋਂ ਮਸਾਂ ਹੀ ਗੁਜ਼ਾਰਾ ਹੁੰਦਾ ਸੀ। ਇਸ ਲਈ ਜੰਗਲ ਵਿੱਚ ਇਸ ਛੋਟੇ ਜਿਹੇ ਸਟੇਸ਼ਨ 'ਤੇ ਉਸ ਨੇ ਖਲਾਸੀ ਦੀ ਨੌਕਰੀ ਲੈ ਲਈ। Hey, let's increase our general knowledge. It's GK time. ਜਨਰਲ ਨੌਲੇਜ ਦੇ ਵਿੱਚ ਕੁਐਸਚਨ ਹੈ ਇਸੇ ਦੇ ਨਾਲ ਰਿਲੇਟਡ ਜਿਹੜਾ ਆਪਾਂ ਪੜ੍ਹ ਕੇ ਹਟੇ ਹਾਂ, ਸਮੌਲ ਸਟੇਸ਼ਨ। ਤਾਂ ਕੁਐਸਚਨ ਇੱਦਾਂ ਹੈ: ਵਾਟ ਇਜ਼ ਦ ਸ਼ਾਰਟੈਸਟ ਰੇਲਵੇ ਸਟੇਸ਼ਨ ਨੇਮ ਇਨ ਇੰਡੀਆ? ਤਾਂ ਇੰਡੀਆ ਦੇ ਵਿੱਚ ਸਭ ਤੋਂ ਛੋਟਾ ਰੇਲਵੇ ਸਟੇਸ਼ਨ ਦਾ ਨਾਮ ਕਿਹੜਾ ਹੈ? So the answer is it is Ib railway station, IB, the smallest name of a railway station in India. ਇਹ state Odisha ਦੇ ਵਿੱਚ ਹੈ। So here is a picture of this small railway station with the shortest name in India. Ib ਇੱਕ river ਦਾ ਨਾਮ ਹੈ ਜਿਸ ਦੇ ਨਾਮ ਦੇ ਉੱਤੇ ਇਸ ਦਾ railway station ਦਾ ਨਾਮ ਹੈ। So this is the fact today's GK time question. ਚਲੋ ਫਿਰ ਦੁਬਾਰਾ ਤੀ ਕੁਐਸਚਨ ਆਨਸਰ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 4: what were the factors that contributed to the eeriness of the place? ਉਹ ਕਿਹੜੇ ਕਾਰਨ ਸੀ ਜੋ ਕਿ ਇਸ ਸਥਾਨ ਦੇ ਅਜੀਬ ਅਤੇ ਡਰਾਵਣੇਪਣ ਦੇ ਵਿੱਚ ਯੋਗਦਾਨ ਪਾਉਂਦੇ ਸੀ? Answer: the place was in the middle of jungle
and the tunnel's location was such that it resembled a giant beast's open mouth। ਇਹ ਜਗ੍ਹਾ ਜੰਗਲ ਦੇ ਵਿੱਚੋਂ ਵਿੱਚ ਸੀ ਅਤੇ ਸੁਰੰਗ ਦੀ ਲੋਕੇਸ਼ਨ ਇਸ ਤਰ੍ਹਾਂ ਦੀ ਸੀ ਕਿ ਇੱਦਾਂ ਲੱਗਦਾ ਸੀ ਜਿਵੇਂ ਕਿ ਇੱਕ ਬੜੇ ਸਾਰੇ ਰਾਖਸ਼ ਨੇ ਮੂੰਹ ਖੋਲ੍ਹਿਆ ਹੋਵੇ। The sheer rock walls, towering high above the rails, gave it a scary look। ਤੇ ਰੇਲ ਪਟਰੀ ਦੇ ਦੋਨੋਂ ਪਾਸੇ ਬਿਲਕੁਲ ਸਿੱਧੀਆਂ ਖੜੀਆਂ ਚਟਾਨਾਂ ਦੀਆਂ ਦੀਵਾਰਾਂ ਇਸ ਨੂੰ ਇੱਕ ਡਰਾਉਣਾ ਰੂਪ ਦਿੰਦੀਆਂ ਸੀ। ਐਂਡ ਵਾਈਲਡ ਐਨੀਮਲਸ frequent visits were the factors that contributed to the eeriness of the place। ਅਤੇ ਇੱਥੇ ਜੰਗਲੀ ਜਾਨਵਰਾਂ ਦਾ ਆਮ ਤੌਰ 'ਤੇ ਆਉਣਾ ਇਸ ਜਗ੍ਹਾ ਦੇ ਅਜੀਬ ਅਤੇ ਡਰਾਉਣੇਪਣ ਦੇ ਵਿੱਚ ਯੋਗਦਾਨ ਪਾਉਂਦਾ ਸੀ। Question 5 What was ਬਲਦੇਵ's axe like? ਬਲਦੇਵ ਦੀ ਕੁਹਾੜੀ ਕਿਸ ਤਰ੍ਹਾਂ ਦੀ ਸੀ? Answer Baldev's axe was small and fragile to look at but deadly when in use। ਬਲਦੇਵ ਦੀ ਕੁਹਾੜੀ ਦੇਖਣ 'ਚ ਛੋਟੀ ਨਾਜ਼ੁਕ ਲੱਗਦੀ ਸੀ ਪਰੰਤੂ ਜਦੋਂ ਵਰਤੋਂ 'ਚ ਆਉਂਦੀ ਸੀ ਤਾਂ ਬਹੁਤ ਘਾਤਕ ਸੀ। The axe head of pure steel, thin but ringing true like a bell, had been made by his father over a charcoal fire। ਕੁਹਾੜੀ ਸ਼ੁੱਧ ਸਟੀਲ ਦੀ ਸੀ, ਪਤਲੀ ਪਰੰਤੂ ਇੱਦਾਂ ਦੀ ਆਵਾਜ਼ ਕਰਦੀ ਸੀ ਜਿਵੇਂ ਕਿ ਘੰਟੀਆਂ ਵੱਜਦੀਆਂ ਹੋਣ। ਉਸਦੇ ਪਿਤਾ ਵੱਲੋਂ ਕੋਲੇ ਦੀ ਅੱਗ 'ਤੇ ਤਿਆਰ ਕੀਤੀ ਗਈ ਸੀ। Question number 6 How did Baldev know that a tiger was nearby and later that it had sprung into the cutting? ਬਲਦੇਵ ਨੂੰ ਇਹ ਕਿਵੇਂ ਪਤਾ ਲੱਗਾ ਕਿ ਇੱਕ ਸ਼ੇਰ ਨਜ਼ਦੀਕ ਹੀ ਸੀ ਅਤੇ ਬਾਅਦ ਵਿੱਚ ਇਹ ਕਿ ਉਸ ਨੇ ਕਟਿੰਗ ਦੇ ਵਿੱਚ ਛਲਾਂਗ ਲਗਾ ਦਿੱਤੀ ਸੀ? Answer Baldev came to know that a tiger was nearby when he heard a low grunt from the top of the cutting, because only a tiger could emit such a sound। ਜਦੋਂ ਉਸਨੇ ਕਟਿੰਗ ਦੇ ਟੌਪ ਤੋਂ ਹਲਕੀ ਗੁਰਰਾਉਣ ਦੀ ਆਵਾਜ਼ ਸੁਣੀ ਤਾਂ ਬਲਦੇਵ ਨੂੰ ਪਤਾ ਲੱਗ ਗਿਆ ਕਿ ਇੱਕ ਸ਼ੇਰ ਨਜ਼ਦੀਕ ਹੀ ਸੀ ਕਿਉਂਕਿ ਸਿਰਫ ਇੱਕ ਸ਼ੇਰ ਹੀ ਇੱਦਾਂ ਦੀ ਆਵਾਜ਼ ਕੱਢ ਸਕਦਾ ਸੀ। Later a thump and the rattle of small stones announced that the tiger had sprung into the cutting। ਬਾਅਦ ਵਿੱਚ ਇੱਕ ਥਪਾਕ ਅਤੇ ਛੋਟੇ ਪੱਥਰਾਂ ਦੇ ਟਕਰਾਉਣ ਦੀ ਆਵਾਜ਼ ਨੇ ਦੱਸ ਦਿੱਤਾ ਕਿ ਸ਼ੇਰ ਨੇ ਕਟਿੰਗ ਦੇ ਵਿੱਚ ਛਲਾਂਗ ਲਗਾ ਦਿੱਤੀ ਸੀ। Question number 7 Why did not Baldev run away from the tiger? ਬਲਦੇਵ ਸ਼ੇਰ ਤੋਂ ਦੂਰ ਕਿਉਂ ਨਹੀਂ ਭੱਜਿਆ? Answer Baldev did not run away from the tiger because he knew that trying to run in the dark would be useless। ਬਲਦੇਵ ਇਸ ਲਈ ਸ਼ੇਰ ਤੋਂ ਨਹੀਂ ਭੱਜਿਆ ਕਿਉਂਕਿ ਉਹ ਜਾਣਦਾ ਸੀ ਹਨੇਰੇ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਸੀ। The tiger would be more sure-footed than him and would knock him down from behind in an instant। ਸ਼ੇਰ ਨੂੰ ਉਹਦੇ ਨਾਲੋਂ ਜ਼ਿਆਦਾ ਪਤਾ ਹੋਏਗਾ ਕਿ ਕਿੱਥੇ ਪੈਰ ਧਰਨਾ ਹੈ ਅਤੇ ਉਹ ਇੱਕ ਪਲ ਦੇ ਵਿੱਚ ਹੀ ਉਸ ਨੂੰ ਪਿੱਛੇ ਤੋਂ ਆ ਕੇ ਧਰਾਸ਼ਾਹੀ ਕਰ ਦੇਵੇਗਾ। Question number 8 Describe the fight
between Baldev and the tiger. ਬਲਦੇਵ ਅਤੇ ਸ਼ੇਰ ਦੇ ਵਿਚਕਾਰ ਹੋਈ ਲੜਾਈ ਦਾ ਵਰਣਨ ਕਰੋ। Answer: The fight between Baldev and the tiger was thrilling and inspiring. ਬਲਦੇਵ ਅਤੇ ਟਾਈਗਰ ਦੇ ਵਿਚਕਾਰ ਲੜਾਈ ਬਹੁਤ ਉਤੇਜਨਾ ਭਰੀ ਅਤੇ ਪ੍ਰੇਰਨਾਦਾਇਕ ਸੀ। ਬਲਦੇਵ stood still in front of the signal post, staring at the tiger. ਬਲਦੇਵ ਨੇ ਸਿਗਨਲ ਵਾਲੇ ਖੰਭੇ ਦੇ ਮੂਹਰੇ ਸਥਿਰ ਖੜੇ ਹੋ ਕੇ ਸ਼ੇਰ ਵੱਲ ਧਿਆਨ ਨਾਲ ਦੇਖਿਆ। The tiger came on fearlessly. ਸ਼ੇਰ ਬਿਨਾਂ ਡਰ ਦੇ ਅੱਗੇ ਆਇਆ। But ਬਲਦੇਵ was ready. ਪਰੰਤੂ ਬਲਦੇਵ ਤਿਆਰ ਸੀ। With a marvelously agile leap, he evaded the tiger's paw and hit tiger's shoulder with his axe. Agile ਦਾ ਮਤਲਬ ਹੁੰਦਾ ਬੜੀ ਫੁਰਤੀ ਦੇ ਨਾਲ। ਉਸਨੇ ਬਹੁਤ ਹੀ ਸ਼ਾਨਦਾਰ ਫੁਰਤੀ ਦਿਖਾਉਂਦੇ ਹੋਏ ਇੱਕ ਪਾਸੇ ਕੁੱਦ ਕੇ ਸ਼ੇਰ ਦੇ ਪੰਜੇ ਤੋਂ ਆਪਣੇ ਆਪ ਨੂੰ ਬਚਾਇਆ ਅਤੇ ਸ਼ੇਰ ਦੇ ਮੋਢੇ 'ਤੇ ਕੁਹਾੜੀ ਨਾਲ ਵਾਰ ਕੀਤਾ। The tiger roared and attacked. ਸ਼ੇਰ ਗਰਜਿਆ ਅਤੇ ਉਸਨੇ ਹਮਲਾ ਕੀਤਾ। Again Baldev drove his axe with true aim, but the tiger swerved and axe got stuck in his shoulder, almost severing the leg. ਬਲਦੇਵ ਨੇ ਦੁਬਾਰਾ ਫੇਰ ਤੋਂ ਆਪਣੀ ਕੁਹਾੜੀ ਨੂੰ ਪੱਕੇ ਨਿਸ਼ਾਨੇ ਦੇ ਨਾਲ ਘੁਮਾਇਆ, ਪਰੰਤੂ ਸ਼ੇਰ ਨੇ ਅਚਾਨਕ ਆਪਣੀ ਦਿਸ਼ਾ ਬਦਲੀ ਅਤੇ ਕੁਹਾੜੀ ਉਸ ਦੇ ਮੋਢੇ ਦੇ ਵਿੱਚ ਅਟਕ ਗਈ। ਤਕਰੀਬਨ ਉਸ ਦੀ ਲੱਤ ਵੱਢ ਹੀ ਦਿੱਤੀ। ਸਵਰਵ ਦਾ ਮਤਲਬ ਹੁੰਦਾ ਅਚਾਨਕ ਹੀ ਆਪਣੇ ਡਾਇਰੈਕਸ਼ਨ ਬਦਲ ਲੈਣਾ, ਅਤੇ ਸੈਵਰਿੰਗ ਦਾ ਮਤਲਬ ਹੈ ਆਲਮੋਸਟ ਕੱਟ ਜਾਣਾ। ਨਾਓ ਵਿਦਾਊਟ ਵੈਪਨ ਬਲਦੇਵ ਵਾਜ਼ ਐਨ ਈਜ਼ੀ ਪ੍ਰੇ ਫॉर ਦ ਟਾਈਗਰ। ਹੁਣ ਬਿਨਾਂ ਹਥਿਆਰ ਦੇ ਬਲਦੇਵ ਸ਼ੇਰ ਲਈ ਇੱਕ ਆਸਾਨ ਸ਼ਿਕਾਰ ਸੀ। In a few minutes the wonder tiger killed him. ਕੁਝ ਸਕਿੰਟਾਂ ਦੇ ਵਿੱਚ ਹੀ ਜ਼ਖਮੀ ਸ਼ੇਰ ਨੇ ਉਸ ਨੂੰ ਮਾਰ ਦਿੱਤਾ। Question number 9. How did the tiger die? ਸ਼ੇਰ ਕਿਵੇਂ ਮਰਿਆ? Answer: The tiger was seriously wounded while trying to kill Baldev. ਬਲਦੇਵ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਸ਼ੇਰ ਬੁਰੇ ਤਰੀਕੇ ਨਾਲ ਘਾਇਲ ਹੋ ਗਿਆ ਸੀ। In pain, the tiger sat on the track and could not make that the train was approaching. ਦਰਦ ਦੇ ਮਾਰੇ ਸ਼ੇਰ ਪਟਰੀ 'ਤੇ ਹੀ ਬੈਠ ਗਿਆ ਅਤੇ ਉਸ ਨੂੰ ਆ ਰਹੀ ਟ੍ਰੇਨ ਦਾ ਪਤਾ ਨਹੀਂ ਲੱਗਾ। He tried to run as fast as he could with his wounded leg. ਆਪਣੀ ਜ਼ਖਮੀ ਲੱਤ ਨਾਲ ਜਿੰਨਾ ਤੇਜ਼ ਉਹ ਦੌੜ ਸਕਦਾ ਸੀ ਉਸ ਨੇ ਕੋਸ਼ਿਸ਼ ਕੀਤੀ, but he was cut in half by the train and died. ਪਰੰਤੂ ਟ੍ਰੇਨ ਨੇ ਉਸ ਨੂੰ ਅੱਧ ਵਿੱਚੋਂ ਵੱਢ ਦਿੱਤਾ ਤੇ ਉਹ ਮਰ ਗਿਆ। Question 10. How did his father's death affect Tembu? ਟੈਂਬੂ ਨੂੰ ਉਸ ਦੇ ਪਿਤਾ ਦੀ ਮੌਤ ਨੇ ਕਿਵੇਂ ਪ੍ਰਭਾਵਿਤ ਕੀਤਾ? Answer: His father's death plunged Tembu in grief. ਉਸ ਦੇ ਪਿਤਾ ਦੀ ਮੌਤ ਨੇ ਟੈਂਬੂ ਨੂੰ ਬਹੁਤ ਦੁਖੀ ਕੀਤਾ। At the age of 12, he had to take up his father's job 3 nights later due to their
ਫਾਈਨੈਂਸ਼ੀਅਲ ਕੰਡੀਸ਼ਨ 12 ਸਾਲ ਦੀ ਉਮਰ ਵਿੱਚ ਆਪਣੀ ਆਰਥਿਕ ਸਥਿਤੀ ਦੇ ਚੱਲਦਿਆਂ 3 ਰਾਤਾਂ ਬਾਅਦ ਉਸ ਨੂੰ ਆਪਣੇ ਪਿਤਾ ਦੀ ਨੌਕਰੀ ਲੈਣੀ ਪਈ। ਸੋ ਦਿਸ ਇਜ਼ ਦਾ ਐਂਡ ਆਫ ਦ ਸੈਸ਼ਨ, ਕੁਐਸਚਨ ਆਨਸਰਸ ਆਫ ਦ ਟਾਈਗਰ ਇਨ ਦ ਟਨਲ। ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਆਨਸਰ ਸ਼ਾਰਟ ਐਂਡ ਟੂ ਦਾ ਪੁਆਇੰਟ ਹੋ ਸਕਣ ਅਤੇ ਨਾਲ ਦੀ ਨਾਲ ਤੁਹਾਨੂੰ ਸਮਝਾ ਵੀ ਦਿੱਤੇ ਨੇ। ਸੋ ਵਿਲ ਮੀਟ ਇਨ ਦ ਨੈਕਸਟ video. Till then, stay tuned. Take care.